ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਮੈਂ ਹਾਂ ਇਸ਼ੂ ਤੇ ਹਰ ਉਸ ਦੀ ਤਰ੍ਹਾਂ ਸਾਡੇ ਅੱਜ ਦੇ ਮਾਹਰ ਮਹਿਮਾਨ ਵੀ ਮੌਜੂਦ ਨੇ ਸਟੂਡੀਓ ਦੇ ਵਿੱਚ। ਅਹਿਮ ਖਬਰਾਂ ਤੇ ਅਹਿਮ ਸੁਰਖੀਆਂ ਤੇ ਝਾਤ ਪਾਉਣ ਦੇ ਲਈ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਸਾਡੇ ਅੱਜ ਦੇ ਮਾਹਰ ਮਹਿਮਾਨ ਨੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਜੀ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਭਾਸਕਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਆਪਾਂ ਅੱਜ ਦੀਆਂ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਰੂਸ ਦੁਆਰਾ ਤਿਆਰ ਕੀਤੀ ਗਈ ਵੈਕਸੀਨ ਦੀ। ਇਸ ਬਾਰੇ ਕਿਹਾ ਗਿਆ ਹੈ ਕਿ 2 ਹਫ਼ਤਿਆਂ ਦੇ ਅੰਦਰ ਇਸ ਵੈਕਸੀਨ ਦੀ ਪਹਿਲੀ ਖੇਪ ਬਰਾਮਦ ਹੋ ਜਾਏਗੀ, ਇਸ ਉਪਲਬਧ ਕੀਤੀ ਜਾਏਗੀ ਪੂਰੀ ਦੁਨੀਆ ਦੇ ਲਈ ਤੇ ਪੂਰੀ ਦੁਨੀਆ ਦੇ 20 ਦੇਸ਼ ਇਸ ਨੂੰ ਖਰੀਦਣਗੇ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਬਹੁਤ ਟਾਈਮ ਤੋਂ ਵੇਟ ਸੀਗੀ ਜਦ ਤੋਂ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਜਿਹਦਾ ਨਾਂ ਹੀ ਕੋਵਿਡ-19 ਹੈ ਜੀ। ਉਸ ਕੋਵਿਡ-19 ਦੀ ਵੈਕਸੀਨ ਨਾ ਹੋਣਾ ਇੱਕ ਬਹੁਤ ਵੱਡੀ ਮੁਸ਼ਕਿਲ ਸੀਗੀ ਜੀ। ਹੁਣੇ ਰਾਸ਼ਟਰਪਤੀ ਪੁਤਿਨ ਜਿਹੜੇ ਰੂਸ ਦੇ ਰਾਸ਼ਟਰਪਤੀ ਹੈ ਉਹਨਾਂ ਨੇ ਇੱਕ ਦਾਅਵਾ ਕੀਤਾ ਹੈ ਕਿ ਸਾਡੇ ਇੱਥੇ ਵੈਕਸੀਨ ਤਿਆਰ ਹੋ ਗਈ ਔਰ ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਬੇਟੀ ਨੂੰ ਇਹ ਵੈਕਸੀਨ ਦਿੱਤੀ ਗਈ ਤੇ ਉਹਨੂੰ ਕਾਫੀ ਫਾਇਦਾ ਹੋਇਆ ਔਰ ਉਸ ਤੋਂ ਇਲਾਵਾ ਜਿਹੜਾ ਹਿਊਮਨ ਟ੍ਰਾਇਲ ਹੈ ਉਹ ਸਾਰਾ ਕੁਝ ਕੰਪਲੀਟ ਹੋ ਕੇ ਪਰ ਉਹਦੇ ਵਿੱਚ ਇੱਕ ਅੜਚਨ ਸੀ ਕਿ WHO ਤੋਂ ਹਜੇ ਤੱਕ ਉਸ ਵੈਕਸੀਨ ਨੂੰ ਅਪਰੂਵਲ ਨਹੀਂ ਮਿਲੀ ਸੀ ਜਿਹਦੇ ਵਾਸਤੇ ਰੂਸ ਨੇ ਹੁਣ ਅਪਲਾਈ ਕੀਤਾ ਔਰ ਅਪਲਾਈ ਕਰਨ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ 20 ਦੇਸ਼ਾਂ ਨੇ ਉਸ ਵੈਕਸੀਨ ਨੂੰ ਖਰੀਦਣ ਵਾਸਤੇ ਇੱਕ ਕੋਟੇਸ਼ਨ ਕਹਿ ਲਓ ਜਾਂ ਟੈਂਡਰ ਕਹਿ ਲਓ ਜਾਂ ਆਰਡਰ ਕਹਿ ਲਓ ਉਹ ਦਿੱਤੇ ਨੇ ਔਰ ਬਹੁਤ ਸਾਰੇ ਦੇਸ਼ ਜੇ ਵੈਕਸੀਨ ਅਗਰ ਵਾਕਈ ਕਾਮਯਾਬ ਹੈਗੀ ਹੈ ਤਾਂ ਉਹਨੂੰ ਖਰੀਦਣ ਦੀ ਹੋੜ ਦੇ ਵਿੱਚ ਕਾਫੀ ਕੋਸ਼ਿਸ਼ ਕਰਨਗੇ ਜੀ। ਪਰ ਐਦਾਂ ਦੇ ਹਾਲਾਤ ਵਿੱਚ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਸਾਰੇ ਦੇਸ਼ਾਂ ਦੇ ਵਿੱਚ ਕਿੱਦਾਂ ਹੋਏਗੀ, ਇਹਦੇ ਵਾਸਤੇ ਕੌਣ ਲੀਡਰ ਹੋਏਗਾ, ਕਿ ਰੂਸ ਦੀ ਸਰਕਾਰ ਹੈ ਡਿਸਾਈਡ ਕਰੇਗੀ ਕਿਹੜੀ ਕੰਟਰੀ ਨੂੰ ਕਿੰਨੀ ਵੈਕਸੀਨ ਦਿੱਤੀ ਜਾਏ ਔਰ ਇਸ ਤਰ੍ਹਾਂ ਦੀ ਵੈਕਸੀਨ ਬਹੁਤ ਸਾਰੀ ਹੋਰ ਕੰਟਰੀਆਂ ਦੇ ਵਿੱਚ ਵੀ ਤਿਆਰ ਕੀਤੀ ਜਾ ਰਹੀ ਹੈ। ਈਵਨ ਭਾਰਤ ਦਾ ਵੀ ਹੈ ਦਾਵਾ ਸੀਗਾ ਕਿ 15 ਅਗਸਤ ਤੱਕ ਇਹ ਵੈਕਸੀਨ ਆ ਜਾਏਗੀ। 15 ਅਗਸਤ ਤੇ ਖੈਰ ਹੁਣ ਕੱਲ ਪਰਸੋਂ ਹੀ 15 ਅਗਸਤ ਹੈ ਪਰ ਉਹ ਵੈਕਸੀਨ ਥੋੜੀ ਜਿਹੀ ਲੇਟ ਜ਼ਰੂਰ ਹੋ ਰਹੀ ਹੈ। ਪਰ ਭਾਰਤ ਦੇ ਵੀ ਜਿਹੜੇ ਟਰਾਇਲਸ ਨੇ ਉਹ ਕਾਫੀ ਪੋਜ਼ਿਟਿਵ ਨਜ਼ਰ ਆ ਰਹੇ ਔਰ ਹੋਰ ਵੀ ਕਈ ਦੇਸ਼ਾਂ ਦੇ ਜਿਹੜੇ ਵੈਕਸੀਨ ਬਣਾਉਣ ਦੇ ਟਰਾਇਲਸ ਨੇ ਉਹ 3rd ਫੇਜ਼ ਦੇ ਵਿੱਚ ਯਾਨੀ ਲਾਸਟ ਫੇਜ਼ ਦੇ ਵਿੱਚ ਪਹੁੰਚੇ ਹੋਏ ਨੇ ਤੇ ਬੜੀ ਛੇਤੀ। ਪਰ ਇੱਕ ਜਗ੍ਹਾ ਤੇ ਇਹ ਵੀ ਖਬਰ ਆ ਰਹੀ ਹੈ ਕਿ ਛੇਤੀ ਤੋਂ ਛੇਤੀ ਵੀ ਕਰੀਏ ਤੇ ਤਕਰੀਬਨ 6 ਮਹੀਨੇ ਤੋਂ ਸਾਲ ਲੱਗ ਜਾਊਗਾ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ ਜਾਂ ਅੰਡਰ ਡਿਵੈਲਪਡ ਕੰਟਰੀਜ਼ ਹੈ ਉੱਥੇ ਇਸ ਵੈਕਸੀਨ ਨੂੰ ਪਹੁੰਚਣ ਦੇ ਵਾਸਤੇ। ਪਰ ਚਲੋ ਦੇਰ ਆਏ ਦਰੁਸਤ ਆਏ। ਸਭ ਤੋਂ ਪਹਿਲੇ ਤੇ ਇਹ ਇੱਕ ਚੰਗੀ ਖਬਰ ਹੈਗੀ ਹੈ ਕਿ ਰੂਸ ਨੇ ਇਸ ਵੈਕਸੀਨ ਦਾ ਸਫਲ ਪਰੀਖਣ ਕਰ ਲਿਆ ਔਰ ਭਾਰਤ ਵੀ ਬੜੀ ਛੇਤੀ ਰੂਸ ਦੀ ਰਾਹ ਤੇ ਚੱਲ ਕੇ ਇਸ ਵੈਕਸੀਨ ਦੀ ਡਿਵੈਲਪਮੈਂਟ ਹੋ ਜਾਏਗੀ ਔਰ ਉਮੀਦ ਕਰਦੇ ਹਾਂ ਕਿ ਵੈਕਸੀਨ ਦਾ ਡਿਵੈਲਪ ਹੋਣਾ ਹੀ ਆਪਣੇ ਆਪ ਵਿੱਚ ਇੱਦਾਂ ਦੀ ਖਬਰ ਹੈਗੀ ਹੈ ਜਿਹਦੇ ਰਾਹੀਂ ਅਸੀਂ ਕਰੋਨਾ ਦੇ ਪ੍ਰਤੀ ਜਿਹੜਾ ਡਰ ਹੈਗਾ ਲੋਕਾਂ ਦੇ ਵਿੱਚ ਉਹਨੂੰ ਵੀ ਕੱਢਣ ਵਿੱਚ ਕਾਮਯਾਬ ਹੋ ਸਕਦੇ ਹਾਂ ਜੀ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰਦੇ ਹਾਂ ਪੂਰੀ ਦੁਨੀਆ ਦੇ ਵਿੱਚ ਜੇਕਰ ਕਰੋਨਾ ਦੇ ਅੰਕੜਿਆਂ ਤੇ ਝਾਤ ਪਾਈਏ ਤਾਂ ਤਕਰੀਬਨ 2 ਕਰੋੜ 6 ਲੱਖ ਤੋਂ ਵੀ ਵੱਧ ਮਾਮਲੇ ਦਰਜ ਹੋ ਚੁੱਕੇ ਨੇ ਹੁਣ ਤੱਕ। ਪਰ ਰਾਹਤ ਭਰੀ ਗੱਲ ਇਹ ਹੈ ਕਿ 1 ਕਰੋੜ 35 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਨੇ। ਪਰ ਇਸ ਦੇ ਨਾਲ ਹੀ ਜੇਕਰ ਅਸੀਂ ਭਾਰਤ ਦੇ ਅੰਕੜਿਆਂ ਤੇ ਵੀ ਝਾਤ ਪਾਈਏ ਤਾਂ ਕਰੀਬ 24 ਲੱਖ ਮਾਮਲੇ ਹੁਣ ਤੱਕ ਦਰਜ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ 17 ਲੱਖ ਠੀਕ ਵੀ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਜਿਹੜੀ ਸਿਹਤਯਾਬ ਹੋਣ ਦੀ ਦਰ ਹੈ ਉਹ 70% ਤੋਂ ਵੀ ਵੱਧ ਹੋ ਚੁੱਕੀ ਹੈ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਤੁਸੀਂ? ਕਰੋਨਾ ਦੇ ਵਿੱਚ ਸਭ ਤੋਂ ਇੱਕ ਖਾਸ ਗੱਲ ਹੈਗੀ ਹੈ ਕਿ ਇਹਦੀ ਡੈਥ ਰੇਟ ਬੜੀ ਘੱਟ ਹੈਗੀ ਹੈ ਜੀ। ਔਰ ਭਾਵੇਂ ਸਰਕਾਰਾਂ ਜਾਂ ਸੂਬੇ ਦੀ ਜਾਂ ਕੇਂਦਰ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਹੈ ਇਸ ਕਰਕੇ ਕਿ ਸਾਡੀ ਰਿਕਵਰੀ ਰੇਟ 89% ਹੈ। ਜਿੱਦਾਂ ਦਿੱਲੀ ਨੇ ਥੋੜ੍ਹੇ ਦਿਨ ਪਹਿਲੇ ਇੱਕ ਐਡਵਰਟੀਜ਼ਮੈਂਟ ਦੇ ਕੇ ਵੀ ਇਹ ਗੱਲ ਕਹੀ ਸੀਗੀ ਕਿ ਸਾਡੀ 89% ਰਿਕਵਰੀ ਰੇਟ ਹੈ ਜੀ। ਕਰੋਨਾ ਦਾ ਇਲਾਜ ਤੇ ਹਜੇ ਤੱਕ ਕੋਈ ਬਣਿਆ ਨਹੀਂ ਕਿਉਂਕਿ ਵੈਕਸੀਨ ਆਉਣ ਦੀ ਗੱਲ ਅਸੀਂ ਪਿਛਲੀ ਖਬਰ ਦੇ ਵਿੱਚ ਕਰ ਚੁੱਕੇ ਹਾਂ ਕਿ ਰੂਸ ਨੇ ਹਜੇ ਵੈਕਸੀਨ ਲਾਂਚ ਕੀਤੀ ਹੈ ਔਰ ਉਸ ਵੈਕਸੀਨ ਨੂੰ WHO ਦਾ ਅਪਰੂਵਲ ਮਿਲਣਾ ਹਜੇ ਬਾਕੀ ਹੈ ਜੀ। ਇੱਦਾਂ ਦੇ ਹਾਲਾਤ ਵਿੱਚ ਕਰੋਨਾ ਦਾ ਇਲਾਜ ਹਸਪੀਟਲ ਕਿੱਦਾਂ ਕਰ ਰਹੇ ਜੀ? ਬਹੁਤ ਸਾਰੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੈਂਪੇਨ ਜਾਂ ਕਈ ਵੀਡੀਓ ਚੱਲਦੇ ਪਏ ਨੇ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਪੇਸ਼ੈਂਟ ਹਸਪੀਟਲ ਜਾਂਦਾ ਹੈ ਉਹਨੂੰ ਜਾਣ ਦਾ ਖਤਰਾ ਜ਼ਿਆਦਾ ਬਜਾਏ ਕਿ ਜਿਹੜਾ ਬੰਦਾ ਆਈਸੋਲੇਸ਼ਨ ਦੇ ਵਿੱਚ ਆਪਣੇ ਘਰ ਵਿੱਚ ਰਹਿੰਦਾ ਹੈ। ਇੱਦਾਂ ਦੇ ਹਾਲਾਤ ਵਿੱਚ ਉਸ ਰਿਕਵਰੀ ਰੇਟ ਜੋ 89% ਅਸੀਂ ਕਹਿ ਰਹੇ ਹਾਂ ਔਰ ਅਗਰ 89% ਰਿਕਵਰੀ ਰੇਟ ਹੈ ਤੇ ਬਾਕੀ ਜਿਹੜਾ 11% ਹੈ ਕਿਉਂਕਿ ਜਿਹੜੀ ਡੈਥ ਰੇਟ ਹੈਗੀ ਹੈ ਉਹ 2% ਦੇ ਕਰੀਬ ਹੈਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਸਾਰੀ ਸੂਬਿਆਂ ਨੂੰ ਇਹ ਗੱਲ ਇੰਸਟਰਕਸ਼ਨ ਵੀ ਦਿੱਤੀ ਸੀਗੀ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਡੈਥ ਰੇਟ ਹੈ ਉਹ 1% ਤੋਂ ਘੱਟ ਤੇ ਲੈ ਕੇ ਆਓ ਔਰ ਇੱਦਾਂ ਦੇ ਹਾਲਾਤ ਵਿੱਚ ਕਰੋਨਾ ਦੀ ਵੈਕਸੀਨ ਆ ਜਾਣਾ, ਡੈਥ ਰੇਟ ਘੱਟ ਹੋਣਾ, ਰਿਕਵਰੀ ਰੇਟ 89% ਜਾਂ 90% ਹੋ ਜਾਣਾ, ਇਹ ਆਪਣੇ ਆਪ ਵਿੱਚ ਇੰਡੀਕੇਸ਼ਨ ਤੇ ਚੰਗੇ ਹੈਗੇ ਆ। ਪਰ ਇਹਦੇ ਵਿੱਚ ਸਰਕਾਰਾਂ
ਆਪਣੇ ਆਪਣੇ ਆਪ ਨੂੰ ਇੱਕ ਆਪਣੀ ਵਧਾਈ ਕਰਨ ਜਾਂ ਪ੍ਰਸ਼ੰਸਾ ਕਰਨ, ਇਹਦੀ ਕੋਈ ਗੱਲ ਨਹੀਂ ਹੈ। ਪਰ ਜਿੱਦਾਂ ਸ਼ੂਗਰ ਦੇ ਬਾਰੇ 'ਚ ਕਹਿੰਦੇ ਆ ਕਿ ਸ਼ੂਗਰ ਇਜ਼ ਨੋਟ ਅ ਡਿਸੀਜ਼, ਇਹ ਬੇਸਿਕਲੀ ਤੁਹਾਡਾ ਜਿਹੜਾ ਫਿਜ਼ੀਕਲ ਡਿਸਆਰਡਰ ਹੈ ਜਾਂ ਫਿਜ਼ੀਕਲ ਮੈਨੇਜਮੈਂਟ ਹੈ ਜਾਂ ਖਾਣ ਪੀਣ ਦਾ ਤੁਹਾਡਾ ਜਿਹੜਾ ਸਿਸਟਮ ਹੈਗਾ ਉਹਨੂੰ ਠੀਕ ਕਰੋ ਤਾਂ ਤੁਸੀਂ ਸ਼ੂਗਰ ਨੂੰ ਠੀਕ ਕਰ ਸਕਦੇ ਹੋ। ਇੱਦਾਂ ਹੀ ਕਰੋਨਾ ਦਾ ਹੈਗਾ ਕਿ ਜੇ ਤੁਸੀਂ ਕਰੋਨਾ ਦੀ ਪ੍ਰੀਕਾਸ਼ਨਸ ਜਿਹੜੀ ਸੋਸ਼ਲ ਡਿਸਟੈਂਸਿੰਗ ਜਾਂ ਬਾਰ-ਬਾਰ ਹੱਥ ਧੋਣ ਦੀ ਗੱਲ ਕੀਤੀ ਜਾਂਦੀ ਹੈ ਜਾਂ ਸੈਨੀਟਾਈਜ਼ ਕਰਨ ਦੀ ਗੱਲ ਕੀਤੀ ਜਾਂਦੀ ਹੈ, ਜੇ ਇਹ ਗੱਲ ਕਰਦੇ ਹੋ ਮਾਸਕ ਪਾ ਕੇ ਤੇ ਉਹਦੇ ਨਾਲ ਕਰੋਨਾ ਤੋਂ ਬਚਿਆ ਜਾ ਸਕਦਾ ਹੈ। ਪਰ ਜੋ ਹਾਲਾਤ ਨਜ਼ਰ ਆ ਰਹੇ ਨੇ, ਜਿਸ ਤਰੀਕੇ ਨਾਲ ਪੇਸ਼ੈਂਟਸ ਦੀ ਗਿਣਤੀ ਬੜੀ ਵੱਧ ਰਹੀ ਹੈ, ਉਹਦੇ ਹਿਸਾਬ ਨਾਲ ਇਹ ਵੀ ਲੱਗਦਾ ਹੈ ਕਿ ਆਉਣ ਵਾਲੇ ਹਾਲਾਤ ਜਾਂ ਆਉਣ ਵਾਲੇ ਟਾਈਮ ਵਿੱਚ ਕਰੋਨਾ ਇੱਕ ਵੱਡੀ ਮਹਾਮਾਰੀ ਦੇ ਰੂਪ ਵਿੱਚ ਭਾਰਤ ਵਿੱਚ ਆ ਸਕਦਾ ਹੈ। ਪਰ ਇੱਦਾਂ ਦੇ ਹਾਲਾਤ ਵਿੱਚ ਜੇ ਵੈਕਸੀਨ ਮਿਲ ਜਾਂਦੀ ਹੈ ਭਾਰਤ ਨੂੰ ਤੇ ਉਸ ਹਾਲਾਤਾਂ ਦੇ ਨਾਲ ਨਿਪਟਣ ਵਾਸਤੇ ਬੜੇ ਅਸੀਂ ਇਸ ਗੱਲ ਤੋਂ ਕਾਮਯਾਬੀ ਹੋ ਸਕਦੇ ਹਾਂ ਜੀ। ਇਸ ਦੇ ਨਾਲ ਹੀ ਰਾਜੀਵ ਜੀ, ਜੇਕਰ ਅਸੀਂ ਪੰਜਾਬ ਸੂਬੇ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਕੱਲ੍ਹ ਰਿਕਾਰਡ 29 ਮੌਤਾਂ ਹੋਈਆਂ ਨੇ। ਇਸ ਦੇ ਨਾਲ ਹੀ 1033 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਤੇ ਸਭ ਤੋਂ ਵੱਧ ਮੌਤਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ ਗਈਆਂ। ਕੀ ਕਹਿਣਾ ਚਾਹੋਗੇ ਇਸ ਬਾਰੇ? ਪੰਜਾਬ ਸ਼ੁਰੂ ਤੋਂ ਹੀ ਕਰੋਨਾ ਦੇ ਮਾਮਲੇ ਦੇ ਵਿੱਚ ਅਸੀਂ ਇਸ ਗੱਲ ਨੂੰ ਕਹਿੰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਕਰੋਨਾ ਕੰਟਰੋਲ ਵਿੱਚ ਹੈਗਾ ਜੀ। ਔਰ ਇੱਕ ਅਖਬਾਰ ਦੇ ਵਿੱਚ ਖਬਰ ਵੀ ਛਪੀ ਸੀਗੀ ਕਿ ਪੰਜਾਬ ਦੇ ਵਿੱਚ ਕਰੋਨਾ ਦਾ ਕੋਈ ਬਹੁਤਾ ਅਸਰ ਨਹੀਂ ਹੋਏਗਾ ਜੀ। ਪਰ ਅਗਸਤ ਦੇ ਮਿਡ ਆਂਦੇ ਕਿਉਂਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਹੁਤ ਪਹਿਲੇ ਜਦ ਕਰੋਨਾ ਦੇ ਇੰਨੇ ਜ਼ਿਆਦਾ ਪੇਸ਼ੈਂਟ ਨਹੀਂ ਸੀਗੇ ਤਦ ਵੀ ਇੱਕ ਗੱਲ ਕੀਤੀ ਸੀ ਕਿ ਸਪਟੈਂਬਰ ਅਕਤੂਬਰ ਦੇ ਵਿੱਚ ਕਰੋਨਾ ਆਪਣੀ ਪੀਕ ਤੇ ਹੋਏਗਾ। ਅਗਸਤ ਸਪਟੈਂਬਰ ਉਹਨਾਂ ਨੇ ਕਿਹਾ ਸੀਗਾ ਔਰ ਤਕਰੀਬਨ 80 ਤੋਂ 82 ਜਾਂ 85% ਤੱਕ ਲੋਕ ਕਰੋਨਾ ਤੋਂ ਅਫੈਕਟ ਹੋ ਸਕਦੇ ਨੇ। ਉਹ ਗੱਲ ਕਿਸੇ ਨਾ ਕਿਸੇ ਜਗ੍ਹਾ ਸਾਬਿਤ ਹੋ ਰਹੀ ਹੈ ਔਰ ਜਿਸ ਤਰੀਕੇ ਨਾਲ ਹਜੇ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਆਪਣੀ ਗੱਲ ਦੇ ਉੱਤੇ ਟਿਕੇ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਸਪਟੈਂਬਰ ਦੇ ਵਿੱਚ ਕਰੋਨਾ ਪੰਜਾਬ ਦੇ ਵਿੱਚ ਪੀਕ ਤੇ ਜਾ ਸਕਦਾ ਹੈ, ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਵਿੱਚ ਵੀ ਪੀਕ ਤੇ ਜਾ ਸਕਦਾ ਹੈ। ਉੱਦਾਂ ਦੇ ਹਾਲਾਤਾਂ ਨੂੰ ਨਿਪਟਣ ਵਾਸਤੇ ਅੱਜ ਜਿੱਦਾਂ ਇੱਕ ਹੋਰ ਵੀ ਖਬਰ ਛਪੀ ਹੈ ਕਿ ਸਰਕਾਰੀ ਜਿਹੜੇ ਹੈਲਥ ਐਮਪਲਾਈਜ਼ ਹੈਗੇ ਨੇ ਯਾਨੀ ਮੈਡੀਕਲ ਸਟਾਫ ਹੈਗਾ ਉਹਨਾਂ ਦੀ ਸਾਰੀ ਛੁੱਟੀਆਂ ਰੱਦ ਕੀਤੀ ਜਾ ਰਹੀ ਹੈ ਔਰ ਨਾਲ ਦੇ ਨਾਲ ਨਾਈਟ ਕਰਫਿਊ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਔਰ ਸਖਤ ਹਦਾਇਤਾਂ ਦਿੱਤੀਆਂ ਹੈ ਕਿ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ, ਸੋਸ਼ਲ ਡਿਸਟੈਂਸਿੰਗ ਨਹੀਂ ਮੇਨਟੇਨ ਕੀਤੀ ਜਾਂ ਨਾਈਟ ਕਰਫਿਊ ਨੂੰ ਤੋੜਿਆ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਪਰ ਇੱਥੇ ਵੀ ਇੱਕ ਗੱਲ ਆਉਂਦੀ ਹੈ ਕਿ ਰਾਤ ਨੂੰ ਤਾਂ ਤੁਸੀਂ ਕਰਫਿਊ ਲਾ ਲਿਆ ਜੇ ਦਿਨੇ ਸੋਸ਼ਲ ਡਿਸਟੈਂਸਿੰਗ ਅਗਰ ਕਾਮਯਾਬ ਜਾਂ ਸਹੀ ਤਰੀਕੇ ਨਾਲ ਉਹਦਾ ਇੰਪਲੀਮੈਂਟੇਸ਼ਨ ਨਹੀਂ ਹੁੰਦਾ ਪਰ ਹਦਾਇਤ ਤੇ ਦਿੱਤੀ ਗਈ ਹੈ ਕਿ ਤੁਸੀਂ ਸਖਤ ਤੋਂ ਸਖਤ ਐਕਸ਼ਨ ਲਓ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਜਾਂ ਸੋਸ਼ਲ ਡਿਸਟੈਂਸ ਜਾਂ ਦੂਜੇ ਨੋਰਮਸ ਨੂੰ ਇੰਪਲੀਮੈਂਟ ਜਾਂ ਫੋਲੋ ਨਹੀਂ ਕਰ ਰਹੇ। ਪਰ ਬੜਾ ਮੁਸ਼ਕਿਲ ਹੈਗਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਇੰਨਾ ਸਖਤ ਹੋਣਾ, ਕਿਉਂਕਿ ਸਖਤੀ ਦੇ ਆਦੇਸ਼ ਤੇ ਪਹਿਲੇ ਵੀ ਕਈ ਵਾਰ ਦਿੱਤੇ ਗਏ ਨੇ ਪਰ ਗਰਾਊਂਡ ਜ਼ੀਰੋ ਤੇ ਜਦ ਦੇਖੀਏ ਤੇ ਉਹਦੀ ਇੰਪਲੀਮੈਂਟੇਸ਼ਨ ਕੋਈ ਬਹੁਤ ਵਧੀਆ ਤਰੀਕੇ ਨਾਲ ਨਹੀਂ ਹੋ ਪਾਉਂਦੀ। ਉਹਦੀ ਕਈ ਮਜਬੂਰੀਆਂ, ਅਸੀਂ ਪ੍ਰਸ਼ਾਸਨ ਨੂੰ ਇਹਦਾ ਦੋਸ਼ੀ ਤਾਂ ਨਹੀਂ ਕਰਾਰ ਦਿੰਦੇ ਪਰ ਇਹਦੀ ਆਪ ਦੀ ਕਾਫੀ ਇੱਕ ਸਿਸਟਮ ਨੂੰ ਇਸ ਤਰ੍ਹਾਂ ਦੀ ਸਟ੍ਰਿਕਟਨੈਸ ਨੂੰ ਇੰਪਲੀਮੈਂਟ ਕਰਨ ਵਾਸਤੇ ਲੋਕਾਂ ਦਾ ਵਿਰੋਧ ਝੇਲਣਾ ਪੈਂਦਾ ਜਿਹਦੇ ਕਰਕੇ ਪ੍ਰਸ਼ਾਸਨ ਵੀ ਕਈ ਵਾਰ ਆਪਣੇ ਆਪ ਵਿੱਚ ਠੰਡਾ ਜਾਂ ਹਲਕਾ ਜਾਂ ਜਿਸ ਤਰੀਕੇ ਨਾਲ ਕਹੀਏ ਕਿ ਇੱਕ ਡਾਊਟਫੁਲ ਚੀਜ਼ ਦੇ ਵਿੱਚ ਆ ਜਾਂਦਾ ਕਿ ਵੀ ਅਗਰ ਅਸੀਂ ਸਖਤੀ ਕਰਾਂਗੇ ਤੇ ਲੋਕਾਂ ਦਾ ਵਿਦਰੋਹ ਨਾ ਆ ਜਾਏ। ਇਹ ਵੀ ਗੱਲਾਂ ਦੇਖਣੀ ਹੁੰਦੀ ਪ੍ਰਸ਼ਾਸਨ ਨੂੰ, ਪਰ ਫਿਰ ਵੀ ਪ੍ਰਸ਼ਾਸਨ ਆਪਣਾ ਕੰਮ ਬੜੇ ਵਧੀਆ ਤਰੀਕੇ ਨਾਲ ਕਰ ਰਿਹਾ ਜੀ। ਇਸ ਦੇ ਨਾਲ ਹੀ ਜਿਹੜੀ ਅਗਲੀ ਖਬਰ ਹੈ ਉਹ ਵੀ ਪੰਜਾਬ ਸੂਬੇ ਤੋਂ ਹੀ ਆ ਰਹੀ ਹੈ। ਵਿਦਿਆਰਥੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਸਮਾਰਟਫੋਨ ਦੇਣ ਦੀ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਖਬਰ? 2017 ਦੇ ਵਿੱਚ ਜਦ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਸੀਗੀ ਉਹਦੇ ਵਿੱਚ 3 ਜਾਂ 4 ਮੁੱਖ ਵਾਅਦੇ ਸੀਗੇ। ਇੱਕ ਸੀਗਾ ਘਰ ਘਰ ਨੌਕਰੀ ਦੀ ਗੱਲ ਕੀਤੀ ਗਈ ਸੀ ਇੱਕ ਫਸਲ ਯਾਨੀ ਪ੍ਰੋਕਿਉਰਮੈਂਟ ਵਧੀਆ ਤਰੀਕੇ ਨਾਲ ਕੀਤੀ ਜਾਏਗੀ ਲੋਕਾਂ ਦੇ ਕਿਸਾਨਾਂ ਦੇ ਲੋਨ ਮਾਫ ਕੀਤੇ ਜਾਣਗੇ ਔਰ ਉਹਦੇ ਵਿੱਚੋਂ ਹੀ ਇੱਕ ਇਹ ਵੀ ਵਾਅਦਾ ਸੀਗਾ ਕਿ ਯੂਥ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਉਸ ਸਮਾਰਟਫੋਨ ਦੇ ਮੁੱਦੇ ਤੇ ਕਾਫੀ ਦੇਰ ਤੋਂ ਰਾਜਨੀਤੀ ਚੱਲ ਰਹੀ ਸੀ। ਕਰੋਨਾ ਕਾਲ ਤੋਂ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਚਾਈਨੀਜ਼ ਕੰਪਨੀ ਨੂੰ ਅਸੀਂ ਆਰਡਰ ਦੇ ਦਿੱਤੇ ਨੇ ਔਰ ਬੜੀ ਛੇਤੀ ਉਹ ਸਮਾਰਟਫੋਨ ਆ ਜਾਣਗੇ ਔਰ ਪਿਛਲੇ 15 ਅਗਸਤ ਨੂੰ ਇੱਕ ਅਨਾਉਂਸਮੈਂਟ ਵੀ ਹੋ ਗਈ ਸੀਗੀ ਕਿ 15 ਅਗਸਤ ਨੂੰ ਬੱਚਿਆਂ ਨੂੰ ਇਹ ਫੋਨ ਵੰਡ ਦਿੱਤੇ ਜਾਣਗੇ ਔਰ ਹੁਣ ਪਿਛਲੇ 15 ਅਗਸਤ ਤੋਂ ਬਾਅਦ ਹੁਣ ਅਗਲਾ 15 ਅਗਸਤ ਪਰਸੋਂ ਆ ਹੀ ਰਿਹਾ ਔਰ ਇਸ ਦੌਰਾਨ ਸਮਾਰਟਫੋਨ ਦਾ ਵੰਡਿਆ ਜਾਣਾ ਭਾਵੇਂ 1,74,000 ਬੱਚਿਆਂ ਨੂੰ ਇਹ ਸਮਾਰਟਫੋਨ ਵੰਡਣ ਦਾ ਟੀਚਾ ਹੈਗਾ ਪਰ ਉਸ ਸਮਾਰਟਫੋਨ ਦੇ ਜਿਹੜੇ ਬੈਕ ਸਾਈਡ ਤੇ ਕੈਪਟਨ ਸਾਹਿਬ ਦੀ ਫੋਟੋ ਹੈ
ਉਹ ਉਹੀ ਗੱਲ ਕੀਤੀ ਹੈ ਜਿਹੜੀ ਬਾਦਲ ਸਾਹਿਬ ਸਾਈਕਲ ਵੰਡਣ ਦੇ ਟਾਈਮ ਕਰਦੇ ਹੁੰਦੇ ਸੀਗੇ ਵੀ ਸਾਈਕਲ ਦੇ ਚੇਨ ਕਵਰ ਤੋਂ ਲੈ ਕੇ ਹੈਂਡਲ ਗੱਦੀ ਤੱਕ ਬਾਦਲ ਸਾਹਿਬ ਦੀ ਫੋਟੋ ਹੁੰਦੀ ਸੀਗੀ। ਕਿਸੇ ਨਾ ਕਿਸੇ ਜਗ੍ਹਾ ਆਪਣਾ ਪੋਲੀਟੀਕਲ ਏਜੰਡਾ ਵੀ ਪਿੱਛੇ ਨਜ਼ਰ ਆ ਰਿਹਾ ਹੈ, ਕਿਉਂਕਿ ਜਿੱਦਾਂ ਹੀ ਸਮਾਰਟਫੋਨ ਨੂੰ ਤੁਸੀਂ ਪਲਟਦੇ ਹੋ ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਫੋਟੋ ਹੈ। ਔਰ ਕੱਲ ਨੂੰ 2022 ਦੇ ਵਿੱਚ ਅਗਰ ਕੋਈ ਸਰਕਾਰ ਚੇਂਜ ਹੋ ਜਾਂਦੀ ਹੈ ਤੇ ਕੀ ਉਹ ਫੋਟੋ ਬਾਦਲ ਸਾਹਿਬ ਜਾਂ ਕੋਈ ਹੋਰ ਵੀ ਜੋ ਵੀ ਮੁੱਖ ਮੰਤਰੀ ਹੋਣਗੇ ਉਹ ਸਮਾਰਟਫੋਨ ਵਾਪਸ ਲੈ ਕੇ ਫੋਟੋ ਬਦਲਣਗੇ? ਕਿਉਂਕਿ ਇਸ ਫੋਟੋ ਦੀ ਰਾਜਨੀਤੀ ਜਦ ਐਂਬੂਲੈਂਸ ਲਾਂਚ ਕੀਤੀ ਗਈ ਸੀ 1008 ਤਦ ਵੀ ਦੇਖਣ 'ਚ ਮਿਲੀ ਸੀਗੀ ਕਿ ਜਦ ਕਾਂਗਰਸ ਦੇ ਵਿੱਚ ਕੇਂਦਰ ਦੀ ਸਰਕਾਰ ਸੀ ਔਰ ਸੂਬੇ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਔਰ ਅਕਾਲੀਆਂ ਨੇ ਉਸ ਸੈਂਟਰ ਦੇ ਪ੍ਰੋਜੈਕਟ ਦੁਆਰਾ ਉਪਲਬਧ ਕੀਤੀ ਹੋਈ ਐਂਬੂਲੈਂਸ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਸੀ ਔਰ ਕਾਂਗਰਸੀਆਂ ਯੂਥ ਆਗੂਆਂ ਨੇ ਸੜਕਾਂ ਤੇ ਰੋਕ ਕੇ ਉਹ ਫੋਟੋ ਚੇਂਜ ਕਰਕੇ ਉੱਥੇ ਮਨਮੋਹਨ ਸਿੰਘ ਉਹਨਾਂ ਦੀ ਫੋਟੋ ਲਾਈ ਸੀ। ਯਾਨੀ ਇਹ ਫੋਟੋ ਦੀ ਰਾਜਨੀਤੀ ਭਾਵੇਂ ਉਹ ਸਮਾਰਟ ਕਾਰਡ ਤੇ ਹੋਏ, ਭਾਵੇਂ ਉਹ ਰਾਸ਼ਨ ਕਾਰਡ ਤੇ ਹੋਏ, ਜਾਂ ਫਿਰ ਸਾਈਕਲ ਦੀ ਚੇਨਾਂ ਤੇ ਹੋਣ ਜਾਂ ਸਮਾਰਟਫੋਨ ਦੇ ਪਿੱਛੇ ਹੋਣ, ਇਸ ਰਾਜਨੀਤੀ ਤੋਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਜ਼ਰੂਰ ਦੂਰ ਰਹਿਣਾ ਚਾਹੀਦਾ ਹੈ। ਕਾਰਨ ਕਿ ਕੱਲ ਨੂੰ ਕੋਈ ਹੋਰ ਸਰਕਾਰ ਆਉਂਦੀ ਹੈ ਜਾਂ ਕੁਝ ਹੁੰਦਾ ਹੈ, ਇਹ ਇੱਕ ਰੀਤ ਬਣ ਜਾਂਦੀ ਹੈ। ਇਹਦੇ ਬਜਾਏ ਤੁਸੀਂ ਪੰਜਾਬ ਸਰਕਾਰ ਔਰ ਉਹ ਈਅਰ ਲਿਖ ਦਿਓ, ਉਸ ਸਾਲ ਦੇ ਵਿੱਚ ਪੰਜਾਬ ਸਰਕਾਰ ਕਿਹਦੀ ਸੀਗੀ ਇਹ ਸਾਰਿਆਂ ਨੂੰ ਪਤਾ ਹੈ, ਜਿਹਦੇ ਨਾਲ ਅੱਗੇ ਚੱਲ ਕੇ ਇਹ ਕੰਟਰੋਵਰਸੀ ਔਰ ਇਹ ਤੂੰ ਮੈਂ ਜਾਂ ਇੱਕ ਦੂਜੇ ਦੇ ਪ੍ਰਤੀ ਐਲੀਗੇਸ਼ਨ ਲਾਣਾ ਕਿ ਤੁਸੀਂ ਸਰਕਾਰੀ ਫੰਡ ਦਾ ਦੁਰਉਪਯੋਗ ਕੀਤਾ ਹੈ। ਕਿਉਂਕਿ ਹੁਣ ਪਿੱਛੇ ਰਾਸ਼ਨ ਵੰਡਿਆ ਗਿਆ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਰਾਸ਼ਨ ਮੋਦੀ ਜੀ ਨੇ ਭੇਜਿਆ, ਪਰ ਰਾਸ਼ਨ ਦੀ ਥੈਲੇ ਦੇ ਉੱਤੇ ਫੋਟੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ। ਇੱਦਾਂ ਦੀ ਕੰਟਰੋਵਰਸੀਆਂ ਪੈਦਾ ਨਾ ਹੋਣ, ਕਿਉਂਕਿ ਅਗਰ ਇੱਕ ਪੋਲੀਟੀਕਲ ਪਾਰਟੀ ਸਿਆਣੀ ਹੋਏਗੀ ਤੇ ਦੂਜੀ ਆਪੇ ਆਪ ਹੀ ਸਿਆਣੀ ਹੋ ਜਾਏਗੀ। ਕਿਉਂਕਿ ਪਹਿਲ ਕਰਨ ਦੀ ਲੋੜ ਹੈਗੀ ਹੈ। ਉਹ ਪਹਿਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਉਮੀਦ ਸੀਗੀ ਕਿ ਸ਼ਾਇਦ ਉਹ ਕਰਦੇ, ਪਰ ਉਹਨਾਂ ਨੇ ਵੀ ਇਹ ਫੋਟੋ ਲਾ ਕੇ ਉਹੀ ਦੱਸਿਆ ਕਿ ਉਹਨਾਂ ਦੀ ਰਾਜਨੀਤੀ ਵੀ ਬਾਦਲ ਸਾਹਿਬ ਵਰਗਾ ਹੀ ਹੈ, ਫੋਟੋ ਲਾਓ ਤੇ ਆਪਣੀ ਰਾਜਨੀਤੀ ਚਮਕਾਓ। ਜੀ, ਇਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਰਾਜਸਥਾਨ ਤੋਂ ਆ ਰਹੀ ਹੈ। ਰਾਜਸਥਾਨ ਦੀ ਜਿਹੜੀ ਕਾਂਗਰਸ ਸਰਕਾਰ ਹੈ ਉਹ ਸਿਆਸੀ ਸੰਕਟ ਤੋਂ ਬਾਹਰ ਆ ਗਈ ਹੈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੀ ਦਾ ਬਿਆਨ ਆਇਆ ਹੈ ਕਿ ਜਿਹੜੀ ਸਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਿਹੜੀ ਰਾਜਨੀਤੀ ਹੈ ਉਹ ਰਲ ਕੇ ਅਸੀਂ ਪਾਰਟੀ ਦੇ ਵਿੱਚ ਰਲ ਕੇ ਕੰਮ ਕਰਾਂਗੇ ਔਰ ਇਸ ਰਾਜਸਥਾਨ ਦਾ ਸੁਧਾਰ ਕਰਾਂਗੇ। ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਬਣੀ ਸੀਗੀ ਉਹਦੇ ਵਿੱਚ ਦੇਖਿਆ ਗਿਆ ਕਿ ਭਾਜਪਾ ਜਾਂ ਕੋਈ ਹੋਰ ਪੋਲੀਟੀਕਲ ਪਾਰਟੀ ਨੇ ਉਸ ਸਰਕਾਰ ਨੂੰ ਟੋਪਲ ਕਰਨ ਦੀ ਤਿਆਰੀ ਕਰਕੇ ਔਰ ਕਾਫੀ ਹੱਦ ਤੱਕ ਕਰ ਵੀ ਲਿਆ। ਮੱਧ ਪ੍ਰਦੇਸ਼ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਸ ਤਰੀਕੇ ਨਾਲ ਜਿਹੜੇ ਸਿੰਧੀਆ ਉਹਨਾਂ ਨੇ, ਜੋਤੀਰਾਜੇ ਸਿੰਧੀਆ, ਜੋ ਇੱਕ ਕਾਂਗਰਸ ਦੇ ਪੱਕੇ ਸਿਪਾਹੀ ਦੇ ਤੌਰ ਤੇ ਜਾਣੇ ਜਾਂਦੇ ਸੀ ਔਰ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀਗਾ ਕਿ ਜੋਤੀਰਾਜੇ ਸਿੰਧੀਆ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦੀ ਗੋਦੀ 'ਚ ਬਹਿ ਜਾਣਗੇ ਔਰ ਉੱਥੇ ਉਹ ਕੰਮ ਹੋਇਆ। ਉਸ ਤੋਂ ਪਹਿਲੇ ਕਰਨਾਟਕਾ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਕਾਂਗਰਸ ਦੀ ਔਰ ਜਨਤਾ ਦਲ ਯੂਨਾਈਟਿਡ ਦੀ ਤੋੜੀ ਗਈ ਔਰ ਉਸ ਤੋਂ ਬਾਅਦ ਭਾਜਪਾ ਦੇ ਯੇਦੂਰੱਪਾ ਉਹਨਾਂ ਦੁਬਾਰਾ ਉੱਥੇ ਮੁੱਖ ਮੰਤਰੀ ਬਣੇ। ਹੁਣ ਵਾਰੀ ਰਾਜਸਥਾਨ ਦੀ ਸੀ। ਰਾਜਸਥਾਨ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਭਾਵੇਂ ਉਹ ਸਚਿਨ ਪਾਇਲਟ ਤੋਂ ਜਾਂ ਭਾਜਪਾ ਤੋਂ ਮਿਸਕੈਲਕੂਲੇਸ਼ਨ ਹੋ ਗਈ ਔਰ ਸਰਕਾਰ ਤਕਰੀਬਨ ਬਚਦੀ ਨਜ਼ਰ ਆਉਂਦੀ ਸੀ। ਪਰ ਉੱਥੇ ਇੱਕ ਨਵੀਂ ਗੱਲ ਹੋਈ। ਅੱਜ ਤੱਕ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਭਾਵੇਂ ਸੋਨੀਆ ਗਾਂਧੀ ਹੋਣ ਜਾਂ ਰਾਹੁਲ ਗਾਂਧੀ ਹੋਣ, ਕਦੀ ਵੀ ਗਾਂਧੀ ਪਰਿਵਾਰ ਜਾਂ ਕਾਂਗਰਸ ਦੇ ਖਿਲਾਫ ਕਿਸੇ ਨੇ ਕੋਈ ਸਾਜ਼ਿਸ਼ ਕੀਤੀ ਤੇ ਉਹਨੂੰ ਹਜੇ ਤੱਕ ਛੱਡਿਆ ਨਹੀਂ ਜਾਂਦਾ ਸੀਗਾ। ਉਹਦਾ ਐਗਜ਼ਾਮਪਲ ਹੈਗਾ ਭਾਵੇਂ ਉਹ ਮਮਤਾ ਬੈਨਰਜੀ, ਉਹਨਾਂ ਨੇ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੇ ਉੱਤੇ ਉਂਗਲ ਚੱਕੀ ਸੀ, ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਭਾਵੇਂ ਸ਼ਰਦ ਪਵਾਰ ਉਹਨਾਂ ਵਰਗੇ ਵੱਡੇ ਲੀਡਰ ਨੂੰ ਸੋਨੀਆ ਗਾਂਧੀ ਦੇ ਆਬਜੈਕਸ਼ਨ ਕਰਨ ਤੇ ਬਾਹਰ ਕੀਤਾ ਗਿਆ। ਇਹਦੇ ਵਿੱਚ ਨਾਂ ਦੀ ਲਿਸਟ ਦੇਖੀਏ ਤੇ ਪੀਏ ਸੰਗਮਾ, ਤਾਰਿਕ ਅਨਵਰ ਔਰ ਈਵਨ ਕੇ ਨਟਵਰ ਸਿੰਘ, ਜਿਨ੍ਹਾਂ ਨੇ ਵੀ ਇਹ ਨਾਂ ਗਾਂਧੀ ਪਰਿਵਾਰ ਦੇ ਉੱਤੇ ਉਂਗਲੀਆਂ, ਗਾਂਧੀ ਪਰਿਵਾਰ ਜਾਂ ਕਾਂਗਰਸ ਦੀ ਹਾਈ ਕਮਾਂਡ ਦੇ ਖਿਲਾਫ ਕੋਈ ਕਦਮ ਚੁੱਕਿਆ ਸੀਗਾ, ਉਹਨਾਂ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਗਿਆ ਸੀ। ਪਰ ਪਹਿਲੀ ਵਾਰ ਹੋਇਆ ਕਾਂਗਰਸ ਨੇ ਡੈਮੇਜ ਕੰਟਰੋਲ ਐਕਸਰਸਾਈਜ਼ ਕਰਦੇ ਹੋਏ ਸਚਿਨ ਪਾਇਲਟ ਨਾਲ ਅੱਧੀ ਰਾਤ ਮੀਟਿੰਗ ਕਰਕੇ ਉਹਨਾਂ ਨੂੰ ਫੇਰ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਪਰ ਅੱਗੇ ਚੱਲ ਕੇ ਇਹ ਤਲਖੀ ਨਾ ਵਧੇ, ਉਹਦੇ ਵਾਸਤੇ ਕਾਂਗਰਸ ਪ੍ਰੈਜ਼ੀਡੈਂਟ ਜਾਂ ਰਾਹੁਲ ਗਾਂਧੀ ਜਿਹੜੇ ਯੁਵਰਾਜ ਹੈਗੇ ਕਾਂਗਰਸ ਦੇ, ਉਹਨਾਂ ਨੂੰ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ। ਜੀ, ਇਸ ਤੋਂ ਇਲਾਵਾ ਅਗਲੀ ਜਿਹੜੀ ਅਹਿਮ ਖਬਰ ਹੈ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਰਦਰਸ਼ੀ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਇਸ ਬਾਰੇ ਜ਼ਰੂਰ ਜਾਣਕਾਰੀ ਦਿਓ, ਕੀ ਹੈ ਇਹ ਟੈਕਸ ਪ੍ਰਣਾਲੀ? ਜਦ ਅਸੀਂ ਪਾਰਦਰਸ਼ੀ ਟੈਕਸ ਪ੍ਰਣਾਲੀ ਦੀ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਦੇ ਬਹੁਤ ਵਧੀਆ ਐਫਰਟਸ ਨੇ ਕਿ ਟੈਕਸ ਪ੍ਰਣਾਲੀ ਨੂੰ ਸਫਲ ਬਣਾਉਣ ਵਾਸਤੇ ਇੱਕ ਹੋਰ ਕਦਮ ਚੱਕਣ ਦੀ ਗੱਲ ਕੀਤੀ ਗਈ ਹੈ। ਇੱਕ ਇੱਦਾਂ ਦਾ ਪਲੇਟਫਾਰਮ ਤਿਆਰ ਕੀਤਾ ਗਿਆ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਇਮਾਨਦਾਰ ਕਰਦਾਤਾ ਨੂੰ ਇੱਕ ਪਲੇਟਫਾਰਮ ਉਪਲਬਧ ਕਰਾਇਆ ਜਾਏਗਾ ਜਿਹਦੇ ਰਾਹੀਂ ਉਹ ਆਪਣਾ ਆਸਾਨੀ ਨਾਲ ਟੈਕਸ ਭਰ ਸਕਦੇ ਨੇ। ਪਰ ਅੱਜ ਲੋੜ ਇਸ ਗੱਲ ਦੀ ਹੈ ਕਿ ਵਿਕਸਿਤ ਦੇਸ਼ਾਂ ਦੀ ਤਰਜ਼ ਦੇ ਉੱਤੇ ਟੈਕਸ ਸਿਸਟਮ ਨੂੰ ਇੱਦਾਂ ਦਾ ਬਣਾਇਆ ਜਾਏ ਕਿ ਲੋਕ ਆਪ ਟੈਕਸ ਦੇਣ,
ਤਾਂ ਕਿ ਟੈਕਸ ਦੀ ਐਵਜ਼ ਦੇ ਵਿੱਚ ਮਿਲਣ ਵਾਲੀ ਫੈਸਿਲਿਟੀਜ਼, ਹੁਣ ਤੁਸੀਂ ਅਮਰੀਕਾ, ਕੈਨੇਡਾ ਜਾਂ ਹੋਰ ਜਿਹੜੀ ਵਿਕਸਿਤ ਦੇਸ਼ ਹੈਗੇ ਨੇ ਉਹਦੇ ਵਿੱਚ ਇੱਕ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਜਿਹੜਾ ਬੰਦਾ ਟੈਕਸ ਦਿੰਦਾ ਹੈ ਉਹਨੂੰ ਹੈਲਥ ਤੇ ਐਜੂਕੇਸ਼ਨ ਸੈਕਟਰ ਫ੍ਰੀ ਹੈ। ਜੇ ਭਾਰਤ ਦੇ ਵਿੱਚ ਵੀ ਟੈਕਸ ਦੇਣ ਦੀ ਐਵਜ਼ ਦੇ ਵਿੱਚ ਹੈਲਥ ਜਾਂ ਐਜੂਕੇਸ਼ਨ ਸੈਕਟਰ ਭਾਰਤ ਦੇ ਵਿੱਚ ਵੀ ਇੱਕ ਤਰੀਕੇ ਨਾਲ ਫ੍ਰੀ ਹੈਗਾ, ਪਰ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੀ ਹੈ। ਲੇਕਿਨ ਟੈਕਸ ਦੇਣ ਦੀ ਐਵਜ਼ ਦੇ ਵਿੱਚ ਭਾਵੇਂ ਟੈਕਸ ਤੁਸੀਂ 33% ਕਰ ਦਿਓ, ਲੇਕਿਨ ਤੁਸੀਂ ਹਰ ਬੰਦੇ ਦੀ ਹੈਲਥ ਜਾਂ ਉਹਨੂੰ ਕੋਈ ਬਿਮਾਰੀ ਹੁੰਦੀ ਹੈ ਉਹਦਾ ਇਲਾਜ ਟੈਕਸ ਦੇਣ ਤੋਂ ਬਾਅਦ ਸਰਕਾਰਾਂ ਵੱਡੇ ਤੋਂ ਵੱਡੇ ਹਸਪਤਾਲ ਦੇ ਵਿੱਚ ਫ੍ਰੀ ਕਰਾਉਣਗੀਆਂ। ਇੱਦਾਂ ਦੀ ਕੋਈ ਇਨਸ਼ੋਰ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਸਕੀਮਾਂ ਤੇ ਭਾਰਤ ਦੇ ਵਿੱਚ ਵੀ ਕਾਫੀ ਸਾਰੀ ਹੈਗੀ ਹੈ। ਹੁਣ ਆਰੋਗਿਆ ਜਾਂ ਕਈ ਆਯੁਸ਼ਮਾਨ ਸਕੀਮ ਕਈ ਹੈਗੀ ਹੈ, ਪਰ ਅਲਟੀਮੇਟਲੀ ਜਦ ਦੇਖਿਆ ਜਾਂਦਾ ਹੈ ਕਿ ਜਦ ਉਹਨਾਂ ਹੈਲਥ ਸਕੀਮਸ ਨੂੰ ਅਵੇਲ ਕਰਨ ਦੀ ਵਾਰੀ ਆਉਂਦੀ ਹੈ ਤੇ ਕਿਸੇ ਨਾ ਕਿਸੇ ਜਗ੍ਹਾ ਖਾਮੀਆਂ ਨਜ਼ਰ ਆਉਂਦੀ ਹੈ। ਔਰ ਜਿਨ੍ਹਾਂ ਕੋਲ ਥੋੜੇ ਬਹੁਤ ਪੈਸੇ ਹੈਗੇ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਇਸ ਜੱਬ ਵਿੱਚ ਪੈਣ ਦੀ ਬਜਾਏ ਆਪਣਾ ਇਲਾਜ ਆਪਣੇ ਪੈਸੇ ਤੋਂ ਕਰਾਈਏ, ਪਰ ਗਰੀਬ ਆਦਮੀ ਦਾ ਇਲਾਜ ਫ੍ਰੀ ਹੋਏ, ਖਾਸ ਕਰਕੇ ਟੈਕਸ ਪੇਅਰ ਨੂੰ ਇਹ ਬੈਨੀਫਿਟ ਮਿਲੇ। ਇਸ ਗੱਲ ਦੀ ਵੀ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਹੈ ਕਿ ਅੱਗੇ ਆਉਣ ਵਾਲੇ ਟਾਈਮ ਵਿੱਚ ਐਜੂਕੇਸ਼ਨ ਔਰ ਹੈਲਥ ਉਹ ਇੱਦਾਂ ਦੇ ਦੋ ਸੈਕਟਰ ਹੈਗੇ ਜਿਹਦੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਔਰ ਅਗਰ ਇਹ ਸਾਡੇ ਦੋਨੋਂ ਸੈਕਟਰ ਸਟਰੈਂਥਨ ਹੁੰਦੇ ਨੇ ਤੇ ਸਾਡਾ ਭਾਰਤ ਮਜ਼ਬੂਤ ਹੁੰਦਾ ਔਰ ਇੱਕ ਵਿਕਸਿਤ ਦੇਸ਼ ਬਣਨ ਦੀ ਰਾਹ ਦੇ ਵਿੱਚ ਇੱਕ ਹੋਰ ਕਦਮ ਪੁੱਟ ਸਕਦਾ। ਜੀ, ਪੰਜਾਬ ਦੇ ਗੁਆਂਢੀ ਸੂਬੇ ਦੀ ਗੱਲ ਕਰੀਏ ਤਾਂ ਕੱਲ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਬਿਆਨ ਆਇਆ ਸਾਹਮਣੇ ਤੇ ਉਹਨਾਂ ਨੇ ਇਹ ਕਿਹਾ ਕਿ ਪਾਣੀਆਂ ਦੇ ਮਸਲੇ ਦੇ ਉੱਪਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਹੋਣਾ ਚਾਹੀਦਾ। ਕੀ ਵਿਚਾਰ ਨੇ ਤੁਹਾਡੇ ਇਸ ਬਾਰੇ? ਹੁਣ ਦੁਸ਼ਯੰਤ ਚੌਟਾਲਾ ਉਹਨਾਂ ਤੋਂ ਹੋਰ ਕਿਹੜੀ ਸਟੇਟਮੈਂਟ ਦੀ ਉਮੀਦ ਕੀਤੀ ਜਾਂਦੀ ਸੀ? ਹੁਣ SYL ਮੁੱਦੇ ਦੇ ਉੱਤੇ ਜਿਹੜੀ ਨੈਸ਼ਨਲ ਪੋਲੀਟੀਕਲ ਪਾਰਟੀਜ਼ ਨੇ, ਭਾਵੇਂ ਕਾਂਗਰਸ ਹੋਣ ਜਾਂ BJP ਹੋਏ ਜੀ, ਉਹ ਜਦ ਉਹ ਪੰਜਾਬ ਦੇ ਵਿੱਚ ਹੁੰਦੇ ਨੇ ਤੇ ਕੋਈ ਹੋਰ ਸਟੈਂਡ ਹੁੰਦਾ ਹੈ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਹਰਿਆਣਾ ਨੂੰ ਦੇਣ ਵਿੱਚ। ਜਦੋਂ ਹੀ ਉਹ ਸ਼ੰਭੂ ਬਾਰਡਰ ਟੱਪਦੇ ਨੇ ਤੇ ਉਹਨਾਂ ਦਾ ਸਟੇਟਮੈਂਟ ਹੀ ਚੇਂਜ ਹੋ ਜਾਂਦੀ ਹੈ ਵੀ ਨਹੀਂ, ਹਰਿਆਣਾ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈ, ਸੁਪਰੀਮ ਕੋਰਟ ਦਾ ਫੈਸਲੇ ਨੂੰ ਇੰਪਲੀਮੈਂਟ ਕਰਨਾ। ਹੁਣ ਪਾਣੀ ਤੁਸੀਂ ਕਿਸੇ ਤੋਂ ਵੀ ਜ਼ਬਰਦਸਤੀ ਨਹੀਂ ਲੈ ਸਕਦੇ। ਸਭ ਤੋਂ ਪਹਿਲੇ ਤੇ ਜਦ 30-35 ਸਾਲ ਪਹਿਲੇ SYL ਕਨਾਲ ਦੀ ਗੱਲ ਹੋਈ ਸੀਗੀ, ਉਸ ਟਾਈਮ ਪੰਜਾਬ ਦੇ ਕੋਲ ਕਿੰਨਾ ਪਾਣੀ ਸੀਗਾ, ਅੱਜ ਪੰਜਾਬ ਦੇ ਕੋਲ ਕਿੰਨਾ ਪਾਣੀ ਹੈਗਾ, ਕਿੰਨੀ ਪਾਪੂਲੇਸ਼ਨ ਹੈਗੀ ਹੈ, ਕਿੰਨੀ ਪਾਣੀ ਦੀ ਰਿਕੁਆਇਰਮੈਂਟ ਹੈਗੀ ਹੈ, ਕਿੰਨਾ ਸਰਪਲਸ ਵਾਟਰ ਹੈਗਾ। ਔਰ ਜੋ ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲ ਸਰਪਲਸ ਨਹੀਂ ਹੈ, ਇਸ ਗੱਲ ਨੂੰ ਵੀ ਦੇਖਣ ਦੀ ਲੋੜ ਹੈ। ਸੁਪਰੀਮ ਕੋਰਟ ਤੇ ਚਲੋ ਕੋਰਟ ਦੇ ਵਿੱਚ ਸਬੂਤਾਂ ਦੇ ਆਧਾਰ ਦੇ ਵਿੱਚ ਜਾਂ ਪਹਿਲੇ ਹੋਈ ਕਾਰਵਾਈਆਂ ਦੇ ਹਿਸਾਬ ਨਾਲ ਫੈਸਲੇ ਹੁੰਦੇ ਨੇ, ਪਰ ਪਾਣੀ ਕਿੰਨਾ ਅਵੇਲੇਬਲ ਹੈਗਾ ਪੰਜਾਬ ਦੇ ਵਿੱਚ, ਇਸ ਗੱਲ ਨੂੰ ਵੀ ਮੱਦੇਨਜ਼ਰ ਰੱਖਣਾ ਜ਼ਰੂਰੀ ਹੈਗਾ। ਜੀ, ਇਸ ਦੇ ਨਾਲ ਹੀ ਹੁਣ ਖਬਰਾਂ ਦੀ ਇਹ ਸਮੀਖਿਆ ਜਿਹੜੀ ਇਸ ਦਾ ਸਿਲਸਿਲਾ ਇੱਥੇ ਹੀ ਖਤਮ ਕਰਨਾ ਹੋਏਗਾ ਸਾਨੂੰ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਖਤਮ ਹੋ ਰਿਹਾ। ਰਾਜੀਵ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ। ਜੁੜੇ ਰਹੋ DD ਪੰਜਾਬੀ ਦੇ ਨਾਲ।